ਆਪ ਸਭ ਦਾ ਇੱਕ ਵਾਰ ਫਿਰ ਸਵਾਗਤ ਹੈ। ਅੱਜ ਅਸੀਂ ਭਾਰਤ ਵਿੱਚ ਮੁਗਲ ਰਾਜ ਦੀ ਸਥਾਪਨਾ ਦੇ ਭਾਗ ਤੀਜੇ ਵਿੱਚ ਅਕਬਰ ਬਾਰੇ ਪੜ੍ਹਾਂਗੇ। ਅੱਜ ਅਸੀਂ ਜਿਸ ਸ਼ਾਸਕ ਬਾਰੇ ਪੜ੍ਹਨ ਜਾ ਰਹੇ ਹਾਂ ਉਸ ਦੀ ਗਿਣਤੀ ਭਾਰਤ ਦੇ ਹੀ ਨਹੀਂ ਬਲਕਿ ਦੁਨੀਆ ਦੇ ਸਭ ਤੋਂ ਮਹਾਨ ਸ਼ਾਸਕਾਂ ਵਿੱਚ ਕੀਤੀ ਜਾਂਦੀ ਹੈ। ਉਸ ਨੇ 50 ਸਾਲ ਦੇ ਸ਼ਾਸਨ ਕਾਲ ਦੇ ਵਿੱਚ ਧਾਰਮਿਕ ਸਹਿਣਸ਼ੀਲਤਾ, ਪ੍ਰਸ਼ਾਸਨਿਕ ਨਿਪੁੰਨਤਾ ਤੇ ਸਮਾਜਿਕ ਸੁਧਾਰਾਂ ਦੀ ਲੜੀ ਲਾ ਦਿੱਤੀ, ਜਿਸ ਕਰਕੇ ਉਸ ਨੂੰ ਅਕਬਰ ਮਹਾਨ ਦੇ ਨਾਂ ਦੇ ਨਾਲ ਜਾਣਿਆ ਜਾਂਦਾ ਹੈ। ਉਸ ਦਾ ਪ੍ਰਸ਼ਾਸਨਿਕ ਢਾਂਚਾ ਇੰਨਾ ਵਧੀਆ ਸੀ ਕਿ ਉਸ ਦੇ ਉੱਤਰਾਧਿਕਾਰੀਆਂ ਨੇ 1857 ਈਸਵੀ ਤੱਕ ਉਸੇ ਹੀ ਪ੍ਰਸ਼ਾਸਨਿਕ ਢਾਂਚੇ ਨੂੰ ਅਪਣਾਈ ਰੱਖਿਆ। ਜੇਕਰ ਗੱਲ ਕਰੀਏ ਉਸ ਦੇ ਮੁੱਢਲੇ ਜੀਵਨ ਦੀ, ਤਾਂ ਅਕਬਰ ਦਾ ਜਨਮ ਜਿਸ ਸਮੇਂ ਹੋਇਆ ਉਸ ਸਮੇਂ ਉਸ ਦਾ ਪਿਤਾ ਹੁਮਾਯੂੰ ਚਾਰੇ ਪਾਸਿਓਂ ਬਦਕਿਸਮਤੀ ਨਾਲ ਘਿਰਿਆ ਹੋਇਆ ਸੀ, ਕਿਉਂਕਿ ਸ਼ੇਰ ਸ਼ਾਹ ਸੂਰੀ ਨੇ ਉਸ ਨੂੰ ਹਰਾ ਦਿੱਤਾ ਸੀ ਤੇ ਉਸ ਨੂੰ ਸਿੰਧ ਵੱਲ ਦੌੜ ਜਾਣ ਲਈ ਮਜਬੂਰ ਕੀਤਾ ਹੋਇਆ ਸੀ। ਸੋ ਇਹਨਾਂ ਸਥਿਤੀਆਂ ਦੇ ਵਿੱਚ 15 ਅਕਤੂਬਰ 1542 ਈਸਵੀ ਵਿੱਚ ਅਮਰਕੋਟ ਨਾਂ ਦੇ ਥਾਂ ਦੇ ਉੱਤੇ ਅਕਬਰ ਦਾ ਜਨਮ ਹੋਇਆ। ਅਕਬਰ ਦੀ ਮਾਂ ਦਾ ਨਾਂ ਹਮੀਦਾ ਬਾਨੋ ਬੇਗਮ ਸੀ। 1555 ਈਸਵੀ ਵਿੱਚ ਜਦੋਂ ਹੁਮਾਯੂੰ ਭਾਰਤ ਨੂੰ ਫਿਰ ਪ੍ਰਾਪਤ ਕਰਨ ਦੇ ਲਈ ਜੱਦੋ-ਜਹਿਦ ਕਰ ਰਿਹਾ ਸੀ, ਉਸ ਸਮੇਂ ਅਕਬਰ ਵੀ ਉਸ ਦੇ ਨਾਲ ਸੀ ਅਤੇ ਉਸ ਨੇ ਬਹੁਤ ਹੀ ਬਹਾਦਰੀ ਦੇ ਸਬੂਤ ਦਿੱਤੇ। 1556 ਈਸਵੀ ਦੇ ਵਿੱਚ ਜਦੋਂ ਹੁਮਾਯੂੰ ਦੀ ਮੌਤ ਹੋ ਗਈ ਤੇ ਉਸ ਸਮੇਂ ਅਕਬਰ ਦੇ ਵਫਾਦਾਰ ਜਰਨੈਲ ਬੈਰਮ ਖਾਂ ਨੇ 1556 ਈਸਵੀ ਵਿੱਚ ਅਕਬਰ ਦਾ ਰਾਜ ਤਿਲਕ ਕਲਾਨੌਰ ਦੀ ਥਾਂ ਦੇ ਉੱਤੇ ਕੀਤਾ ਅਤੇ ਆਪ ਉਸ ਦਾ ਸੰਰਖਿਅਕ ਬਣ ਗਿਆ। ਉਸ ਸਮੇਂ ਅਕਬਰ ਦੇ ਲਈ ਹਾਲਾਤ ਕਾਫੀ ਜ਼ਿਆਦਾ ਮੁਸ਼ਕਲਾਂ ਭਰੇ ਸੀ, ਕਿਉਂਕਿ ਉਸ ਸਮੇਂ ਹੁਮਾਯੂੰ ਨੇ ਸ਼ੇਰ ਸ਼ਾਹ ਸੂਰੀ ਦੇ ਉੱਤਰਾਧਿਕਾਰੀਆਂ ਨੂੰ ਹਰਾਇਆ ਸੀ ਤੇ ਉਹ ਅਕਬਰ ਦੀ ਛੋਟੀ ਉਮਰ ਦਾ ਫਾਇਦਾ ਲੈ ਕੇ ਦੁਬਾਰਾ ਰਾਜਗੱਦੀ ਪ੍ਰਾਪਤ ਕਰਨਾ ਚਾਹੁੰਦੇ ਸੀ। ਇਸ ਤੋਂ ਇਲਾਵਾ ਅਕਬਰ ਦੇ ਰਿਸ਼ਤੇਦਾਰ ਵੀ ਭਾਰਤ ਉੱਤੇ ਕਬਜ਼ਾ ਕਰਨਾ ਚਾਹੁੰਦੇ ਸੀ। ਇਸ ਲਈ ਅਕਬਰ ਨੇ ਇਸ ਔਖੀ ਘੜੀ ਦੇ ਵਿੱਚ ਬਹੁਤ ਹੀ ਸਿਆਣਪ ਦੇ ਨਾਲ ਕੰਮ ਲਿਆ। ਜੇਕਰ ਗੱਲ ਕਰੀਏ ਪਾਣੀਪਤ ਦੀ ਦੂਸਰੀ ਲੜਾਈ ਦੀ, ਤੇ ਪਾਣੀਪਤ ਦਾ ਮੈਦਾਨ ਮੁਗਲਾਂ ਦੇ ਲਈ ਬਹੁਤ ਹੀ ਮਹੱਤਵਪੂਰਨ ਸਿੱਧ ਹੋਇਆ, ਕਿਉਂਕਿ ਪਾਣੀਪਤ ਦੀ ਪਹਿਲੀ ਲੜਾਈ ਦੇ ਵਿੱਚ 1526 ਈਸਵੀ ਵਿੱਚ ਬਾਬਰ ਨੇ ਇਸੇ ਮੈਦਾਨ ਦੇ ਵਿੱਚ ਇਬਰਾਹਿਮ ਲੋਧੀ ਨੂੰ ਹਰਾ ਕੇ ਭਾਰਤ ਵਿੱਚ ਮੁਗਲ ਵੰਸ਼ ਦੀ ਨੀਂਹ ਰੱਖੀ ਸੀ ਅਤੇ 30 ਸਾਲ ਬਾਅਦ ਫਿਰ ਇਸੇ ਹੀ ਮੈਦਾਨ ਦੇ ਵਿੱਚ ਉਸ ਦੇ ਪੋਤੇ ਅਕਬਰ ਨੂੰ ਉਹੀ ਰਾਜ ਸੱਤਾ ਦੀ ਪ੍ਰਾਪਤੀ ਦੇ ਲਈ ਦੁਬਾਰਾ ਯੁੱਧ ਕਰਨਾ ਪਿਆ। ਇਸ ਯੁੱਧ ਵਿੱਚ ਇੱਕ ਪਾਸੇ ਅਕਬਰ ਸੀ ਤੇ ਦੂਜੇ ਪਾਸੇ ਆਦਿਲ ਸ਼ਾਹ ਦਾ ਪ੍ਰਧਾਨ ਮੰਤਰੀ ਹੇਮੂ ਸੀ, ਜੋ ਕਿ ਬਹੁਤ ਹੀ ਸ਼ਕਤੀਸ਼ਾਲੀ ਵਿਅਕਤੀ ਸੀ ਅਤੇ ਉਸ ਨੂੰ ਹਰਾਣਾ ਬਹੁਤ ਮੁਸ਼ਕਲ ਸੀ। ਇਹ ਯੁੱਧ 5 ਨਵੰਬਰ 1556 ਈਸਵੀ ਦੇ ਵਿੱਚ ਸ਼ੁਰੂ ਹੋਇਆ। ਸ਼ੁਰੂ ਵਿੱਚ ਤਾਂ ਹੇਮੂ ਦੀ ਸੈਨਾ ਦਾ ਪਲੜਾ ਬਹੁਤ ਭਾਰੀ ਰਿਹਾ, ਪਰ ਅਚਾਨਕ ਇੱਕ ਤੀਰ ਹੇਮੂ ਦੀ ਅੱਖ ਵਿੱਚ ਜਾ ਲੱਗਾ ਤੇ ਹੇਮੂ ਆਪਣੇ ਹਾਥੀ ਤੋਂ ਥੱਲੇ ਡਿੱਗ ਪਿਆ। ਉਸ ਨੂੰ ਹਾਥੀ ਤੇ ਨਾ ਦੇਖ ਉਸ ਦੀ ਸੈਨਾ ਵਿੱਚ ਭਜਦੜ ਮਚ ਗਈ ਅਤੇ ਇਸ ਤਰ੍ਹਾਂ ਦੇ ਨਾਲ ਹੁਣ ਪਲੜਾ ਅਕਬਰ ਦਾ ਭਾਰੀ ਹੋ ਗਿਆ ਅਤੇ ਇਹ ਯੁੱਧ ਅਕਬਰ ਜਿੱਤ ਗਿਆ। ਇਸ ਯੁੱਧ ਤੋਂ ਬਾਅਦ ਹੇਮੂ ਨੂੰ ਕੈਦ ਕਰ ਲਿਆ ਗਿਆ। ਭਾਵੇਂ ਕਿ ਅਕਬਰ ਉਸ ਨੂੰ ਮਾਰਨ ਦੇ ਹੱਕ ਵਿੱਚ ਨਹੀਂ ਸੀ, ਪਰ ਬੈਰਮ ਖਾਂ ਨੇ ਆਪ ਅੱਗੇ ਹੋ ਕੇ ਇਸ ਦੁਸ਼ਮਣ ਦੀ ਹੱਤਿਆ ਕਰ ਦਿੱਤੀ। ਇਸ ਤਰ੍ਹਾਂ ਪਾਣੀਪਤ ਦੀ ਦੂਸਰੀ ਲੜਾਈ 1556 ਦੀ ਅਕਬਰ ਜਿੱਤ ਗਿਆ। ਬੈਰਮ ਖਾਂ, ਜੋ ਕਿ ਬਹੁਤ ਹੀ ਬਹਾਦਰ ਅਤੇ ਸਵਾਮੀ ਭਗਤ ਜਰਨੈਲ ਸੀ ਅਤੇ ਅਕਬਰ ਦਾ ਸੰਰਖਿਅਕ ਵੀ ਸੀ, ਸਮਾਂ ਪੈਣ ਤੇ ਉਹ ਕੁਝ ਘਮੰਡੀ ਹੋ ਗਿਆ। ਕੁਝ ਸੁੰਨੀ ਮੁਸਲਮਾਨ ਉਸ ਦਾ ਵਿਰੋਧ ਵੀ ਕਰਨ ਲੱਗ ਪਏ ਅਤੇ ਉਸ ਦੀ ਲੋਕਪ੍ਰਿਯਤਾ ਘਟਣ ਲੱਗ ਪਈ। ਇਸ ਤੋਂ ਇਲਾਵਾ ਕੁਝ ਹੋਰ ਵੀ ਕਾਰਨ ਸੀ, ਜਿਸ ਕਰਕੇ ਅਕਬਰ ਨੇ 1560 ਈਸਵੀ ਵਿੱਚ ਉਸ ਦੇ ਸੰਰਖਣ ਤੋਂ ਮੁਕਤ ਹੋ ਕੇ ਆਪਣੀ ਜੇਤੂ ਮੁਹਿੰਮ ਦੀ ਸ਼ੁਰੂਆਤ ਕੀਤੀ ਅਤੇ ਵੱਖ-ਵੱਖ ਇਲਾਕਿਆਂ ਨੂੰ ਜਿੱਤਣਾ ਸ਼ੁਰੂ ਕਰ ਦਿੱਤਾ। ਉਸ ਨੇ ਆਪਣੀ ਜੇਤੂ ਮੁਹਿੰਮ ਦੀ ਸ਼ੁਰੂਆਤ ਮਾਲਵੇ ਦੀ ਲੜਾਈ ਵਿੱਚ 1561 ਈਸਵੀ ਤੋਂ ਸ਼ੁਰੂ ਕੀਤੀ। ਅਕਬਰ ਦੇ ਸਮੇਂ ਵਿੱਚ ਮਾਲਵੇ ਉੱਤੇ ਬਾਜ ਬਹਾਦਰ ਨਾਂ ਦਾ ਸ਼ਾਸਕ ਰਾਜ ਕਰਦਾ ਸੀ। ਬੈਰਮ ਖਾਂ ਦੇ ਕਾਲ ਦੇ ਵਿੱਚ ਵੀ
ਇਸ ਪ੍ਰਦੇਸ਼ ਨੂੰ ਜਿੱਤਣ ਦੀ ਕੋਸ਼ਿਸ਼ ਕੀਤੀ ਗਈ ਸੀ, ਪਰ ਇਹ ਕੋਸ਼ਿਸ਼ ਸਫਲ ਨਾ ਹੋ ਸਕੀ ਸੀ। ਇਸ ਲਈ 1561 ਈਸਵੀ ਵਿੱਚ ਅਕਬਰ ਨੇ ਇਸ ਪ੍ਰਦੇਸ਼ ਨੂੰ ਜਿੱਤਣ ਲਈ ਆਦਮ ਖਾਂ ਦੇ ਅਧੀਨ ਵੱਡੀ ਸੈਨਾ ਭੇਜੀ। ਬਾਜ ਬਹਾਦਰ ਇਹਨਾਂ ਦਾ ਸਾਹਮਣਾ ਨਹੀਂ ਕਰ ਸਕਿਆ ਅਤੇ ਦੱਖਣ ਵੱਲ ਖਾਨਦੇਸ਼ ਵੱਲ ਦੌੜ ਗਿਆ। ਇਸ ਤਰ੍ਹਾਂ ਮਾਲਵੇ ਉੱਤੇ ਆਸਾਨੀ ਦੇ ਨਾਲ ਅਕਬਰ ਨੇ ਜਿੱਤ ਪ੍ਰਾਪਤ ਕਰ ਲਈ। ਭਾਵੇਂ ਕਿ ਕੁਝ ਸਮੇਂ ਬਾਅਦ ਬਾਜ ਬਹਾਦਰ ਨੇ ਫਿਰ ਮਾਲਵੇ ਉੱਤੇ ਅਧਿਕਾਰ ਕਰਨਾ ਚਾਹਿਆ ਅਤੇ ਮਾਲਵੇ ਉੱਤੇ ਹਮਲਾ ਕਰ ਦਿੱਤਾ, ਪਰ ਇਸ ਹਮਲੇ ਦੇ ਵਿੱਚ ਵੀ ਬਾਜ ਬਹਾਦਰ ਹਾਰ ਗਿਆ ਅਤੇ ਇਸ ਤਰ੍ਹਾਂ 1562 ਈਸਵੀ ਵਿੱਚ ਫਿਰ ਪੂਰੀ ਤਰ੍ਹਾਂ ਦੇ ਨਾਲ ਮਾਲਵਾ ਅਕਬਰ ਦੇ ਅਧੀਨ ਹੋ ਗਿਆ। ਮਾਲਵਾ ਉੱਤੇ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਅਕਬਰ ਨੇ ਆਪਣਾ ਅਗਲਾ ਨਿਸ਼ਾਨਾ ਗੋਂਡਵਾਨਾ ਨੂੰ ਬਣਾਇਆ। ਗੋਂਡਵਾਨਾ, ਜੋ ਕਿ ਲਗਭਗ ਮੱਧ ਭਾਰਤ ਦੇ ਵਿੱਚ ਸਥਿਤ ਹੈ, ਉਸ ਉੱਤੇ ਉਸ ਸਮੇਂ ਦੁਰਗਾਵਤੀ ਨਾਂ ਦੀ ਇੱਕ ਬਹੁਤ ਹੀ ਯੋਗ ਤੇ ਬਹਾਦਰ ਰਾਣੀ ਸ਼ਾਸਨ ਕਰਦੀ ਸੀ। ਕੁਝ ਇਤਿਹਾਸਕਾਰ ਇਹ ਵੀ ਮੰਨਦੇ ਆ ਕਿ ਗੋਂਡਵਾਨਾ ਆਪਣੀ ਧਨ ਦੌਲਤ ਦੇ ਲਈ ਵੀ ਬਹੁਤ ਪ੍ਰਸਿੱਧ ਸੀ ਔਰ ਇਸ ਧਨ ਦੌਲਤ ਕਰਕੇ ਹੀ ਅਕਬਰ ਨੇ ਗੋਂਡਵਾਨਾ ਦੇ ਉੱਤੇ ਹਮਲਾ ਕੀਤਾ ਸੀ। 1564 ਈਸਵੀ ਦੇ ਵਿੱਚ ਅਕਬਰ ਨੇ ਗੋਂਡਵਾਨਾ ਉੱਤੇ ਹਮਲਾ ਕੀਤਾ ਅਤੇ ਰਾਣੀ ਦੁਰਗਾਵਤੀ ਇਸ ਯੁੱਧ ਦੇ ਵਿੱਚ ਬਹੁਤ ਬਹਾਦਰੀ ਨਾਲ ਲੜੀ, ਪਰ ਉਹ ਸ਼ਕਤੀਸ਼ਾਲੀ ਮੁਗਲ ਸੈਨਾ ਦੇ ਸਾਹਮਣਾ ਜ਼ਿਆਦਾ ਦੇਰ ਤੱਕ ਕਰ ਨਾ ਸਕੀ ਅਤੇ ਉਸ ਨੇ ਆਤਮ ਸਮਰਪਣ ਕਰਨ ਦੀ ਬਜਾਏ ਆਤਮ ਹੱਤਿਆ ਕਰ ਲਈ। ਇਸ ਤਰ੍ਹਾਂ ਗੋਂਡਵਾਨਾ ਉੱਤੇ ਅਕਬਰ ਨੇ ਆਸਾਨੀ ਦੇ ਨਾਲ ਜਿੱਤ ਪ੍ਰਾਪਤ ਕਰ ਲਈ। ਹੁਣ ਤੱਕ ਅਕਬਰ ਮਾਲਵਾ ਤੇ ਗੋਂਡਵਾਨਾ ਦੀ ਆਸਾਨ ਜਿੱਤਾਂ ਜਿੱਤ ਚੁੱਕਾ ਸੀ ਅਤੇ ਹੁਣ ਚਿਤੌੜ ਉੱਤੇ ਅਧਿਕਾਰ ਅਕਬਰ ਦੇ ਲਈ ਇੱਕ ਮਹੱਤਵਪੂਰਨ ਸਫਲਤਾ ਸੀ। ਬਹੁਤ ਸਾਰੇ ਰਾਜਪੂਤ ਰਾਜਿਆਂ ਨੇ ਮੁਗਲ ਸਮਰਾਟ ਦੀ ਅਧੀਨਤਾ ਸਵੀਕਾਰ ਕਰ ਲਈ ਸੀ, ਪਰ ਚਿਤੌੜ ਦੇ ਰਾਣਾ ਉਦੇ ਸਿੰਘ ਨੇ ਅਜਿਹਾ ਕਰਨ ਤੋਂ ਮਨਾ ਕਰ ਦਿੱਤਾ ਸੀ। ਇਸ ਲਈ ਇੱਕ ਵਿਸ਼ਾਲ ਸੈਨਾ ਦੀ ਅਗਵਾਈ ਵਿੱਚ ਕਿਲੇ ਉੱਤੇ ਹਮਲਾ ਕਰ ਦਿੱਤਾ। ਇੰਨੀ ਵਿਸ਼ਾਲ ਸੈਨਾ ਦੇਖ ਕੇ ਰਾਣਾ ਉਦੇ ਸਿੰਘ ਘਬਰਾ ਗਿਆ ਅਤੇ ਆਪਣੀ ਰਾਜਧਾਨੀ ਛੱਡ ਕੇ ਪਹਾੜੀ ਖੇਤਰਾਂ ਵੱਲ ਚਲਾ ਗਿਆ, ਪਰ ਉਸ ਦੇ ਬਹਾਦਰ ਸੈਨਾਪਤੀਆਂ ਜੈਮਲ ਤੇ ਫੱਤਾ ਨੇ ਮੁਗਲ ਸੈਨਾ ਦਾ ਡਟ ਕੇ ਮੁਕਾਬਲਾ ਕੀਤਾ। ਇਹ ਰਾਜਪੂਤ ਬਹੁਤ ਹੀ ਬਹਾਦਰੀ ਨਾਲ ਲੜੇ ਅਤੇ ਇਹਨਾਂ ਤੋਂ ਕਿਲਾ ਜਿੱਤਣਾ ਬਹੁਤ ਮੁਸ਼ਕਲ ਲੱਗ ਰਿਹਾ ਸੀ। ਆ ਫੋਟੋ ਵਿੱਚ ਵੀ ਅਸੀਂ ਦੇਖ ਸਕਦੇ ਹਾਂ ਕਿ ਕਿਲੇ ਦੀ ਸਥਿਤੀ ਇਹੋ ਜਿਹੀ ਸੀ ਕਿ ਇਸ ਕਿਲੇ ਨੂੰ ਜਿੱਤਣਾ ਬਹੁਤ ਮੁਸ਼ਕਲ ਸੀ। ਇੱਥੋਂ ਤੱਕ ਕਿ ਅਕਬਰ ਖੁਦ ਵੀ ਇਸ ਲਈ ਬਹੁਤ ਫਿਕਰਮੰਦ ਸੀ ਅਤੇ ਕੁਝ ਇਤਿਹਾਸਕਾਰ ਇਹ ਵੀ ਮੰਨਦੇ ਆ ਕਿ ਅਕਬਰ ਨੇ ਉਸ ਸਮੇਂ ਸਹੁੰ ਖਾਧੀ ਕਿ ਜੇਕਰ ਉਹ ਸਫਲ ਹੋ ਗਿਆ ਤਾਂ ਪੈਦਲ ਅਜਮੇਰ ਵਿੱਚ ਚਿਸ਼ਤੀ ਦੀ ਦਰਗਾਹ ਉੱਤੇ ਜਾਵੇਗਾ। ਸੋ ਇਸ ਤੋਂ ਇਹ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਇਸ ਨੂੰ ਜਿੱਤਣਾ ਕਿੰਨਾ ਮਹੱਤਵਪੂਰਨ ਸੀ। ਇਹ ਯੁੱਧ ਜਿੱਤਣਾ ਬੜਾ ਹੀ ਮੁਸ਼ਕਲ ਲੱਗ ਰਿਹਾ ਸੀ ਅਤੇ ਉਸ ਸਮੇਂ ਮੁਗਲ ਸੈਨਾ ਨੇ ਬਾਰੂਦ ਦੀਆਂ ਸੁਰੰਗਾਂ ਵਿਛਾ ਕੇ ਕਿਲੇ ਦੀਆਂ ਕੰਧਾਂ ਨੂੰ ਤੋੜਨ ਦੀ ਵੀ ਕੋਸ਼ਿਸ਼ ਕੀਤੀ। ਸ਼ਕਤੀਸ਼ਾਲੀ ਮੁਗਲ ਸੈਨਾਵਾਂ ਦਾ ਸਾਹਮਣੇ ਕਰਦੇ ਕਰਦੇ ਜੈਮਲ ਤੇ ਫੱਤਾ ਦੋਵੇਂ ਮਾਰੇ ਗਏ ਤੇ ਇਸ ਤੋਂ ਬਾਅਦ ਮੁਗਲਾਂ ਨੇ ਚਿਤੌੜ ਦੇ ਕਿਲੇ ਉੱਤੇ ਅਧਿਕਾਰ ਕਰ ਲਿਆ। 1567 ਈਸਵੀ ਦੇ ਵਿੱਚ ਚਿਤੌੜ ਦੇ ਕਿਲੇ ਉੱਤੇ ਜਿੱਤ ਪ੍ਰਾਪਤ ਕਰਕੇ ਅਕਬਰ ਨੇ ਰਾਜਪੂਤਾਂ ਦੀ ਸਭ ਤੋਂ ਵੱਡੀ ਸ਼ਕਤੀ ਉੱਤੇ ਜਿੱਤ ਪ੍ਰਾਪਤ ਕਰ ਲਈ ਸੀ ਅਤੇ ਹੁਣ ਉਹ ਬਹੁਤ ਜ਼ਿਆਦਾ ਉਤਸ਼ਾਹਿਤ ਸੀ ਤੇ ਉਸ ਨੇ ਬਾਕੀ ਦੇ ਰਾਜਪੂਤ ਖੇਤਰਾਂ ਦੇ ਉੱਤੇ ਵੀ ਅਧਿਕਾਰ ਕਰਨ ਦਾ ਫੈਸਲਾ ਕਰ ਲਿਆ। ਇਸ ਲਈ ਉਸ ਨੇ ਰਣਥੰਭੌਰ ਦਾ ਕਿਲਾ, ਜੋ ਕਿ ਰਾਜਪੂਤਾਂ ਦੀ ਦੂਸਰੀ ਵੱਡੀ ਸ਼ਕਤੀ ਮੰਨਿਆ ਜਾਂਦਾ ਸੀ, ਉਸ ਨੂੰ ਚਾਰੇ ਪਾਸਿਆਂ ਤੋਂ ਘੇਰ ਲਿਆ। ਰਣਥੰਭੌਰ ਦੇ ਕਿਲੇ ਦੀ ਮਹੱਤਤਾ ਨੂੰ ਸਮਝਦੇ ਹੋਏ ਅਕਬਰ ਨੇ ਆਪਣੀ ਸੈਨਾ ਦੀ ਅਗਵਾਈ ਆਪ ਕੀਤੀ। ਉਸ ਸਮੇਂ ਰਣਥੰਭੌਰ ਉੱਤੇ ਸੁਰਜਨ ਰਾਏ ਨਾਂ ਦਾ ਰਾਜਪੂਤ ਸ਼ਾਸਨ ਕਰਦਾ ਸੀ। ਉਸ ਨੇ ਕੁਝ ਦੇਰ ਤੱਕ ਤਾਂ ਮੁਗਲਾਂ ਦਾ ਸਾਹਮਣਾ ਕੀਤਾ, ਪਰ ਉਹ ਜ਼ਿਆਦਾ ਦੇਰ ਤੱਕ ਉਹਨਾਂ ਦੇ ਸਾਹਮਣੇ ਟਿਕ ਨਹੀਂ ਸਕਿਆ ਅਤੇ ਇਸ ਤਰ੍ਹਾਂ 1569 ਈਸਵੀ ਦੇ ਸ਼ੁਰੂ ਦੇ ਵਿੱਚ ਰਣਥੰਭੌਰ ਉੱਤੇ ਮੁਗਲਾਂ ਦਾ ਅਧਿਕਾਰ ਹੋ ਗਿਆ। ਰਣਥੰਭੌਰ ਦੀ ਜਿੱਤ ਦੇ ਨਾਲ ਰਾਜਪੂਤਾਂ ਦੀ ਦੂਸਰੀ ਸ਼ਕਤੀ ਵੀ ਖਤਮ ਹੋ ਗਈ ਸੀ। ਇਸ ਲਈ ਅਕਬਰ ਨੇ ਰਾਜਪੂਤਾਂ ਦੀ ਤੀਸਰੀ ਸ਼ਕਤੀ ਕਲਿੰਜਰ ਵੱਲ ਧਿਆਨ ਦਿੱਤਾ। 1569 ਈਸਵੀ ਵਿੱਚ ਮੁਗਲ ਸੈਨਾਵਾਂ ਸਹਿਤ ਕਲਿੰਜਰ ਉੱਤੇ ਹਮਲਾ ਕਰ ਦਿੱਤਾ ਅਤੇ ਕਲਿੰਜਰ ਦਾ ਸ਼ਾਸਕ
ਰਾਮਚੰਦਰ ਐਡੀ ਵੱਡੀ ਮੁਗਲ ਸੈਨਾ ਦੇਖ ਕੇ ਘਬਰਾ ਗਿਆ ਅਤੇ ਬਿਨਾਂ ਯੁੱਧ ਕੀਤੇ ਹੀ ਉਸਨੇ ਆਤਮ ਸਮਰਪਣ ਕਰ ਦਿੱਤਾ। ਇਸ ਤਰ੍ਹਾਂ ਕਲਿੰਜਰ ਵਰਗਾ ਮਹੱਤਵਪੂਰਨ ਸਥਾਨ ਬਹੁਤ ਆਸਾਨੀ ਦੇ ਨਾਲ ਅਕਬਰ ਦੇ ਅਧੀਨ ਹੋ ਗਿਆ ਅਤੇ ਲਗਭਗ ਸਾਰਾ ਰਾਜਪੂਤ ਪ੍ਰਦੇਸ਼ ਮੁਗਲਾਂ ਦੇ ਅਧੀਨ ਹੋ ਗਿਆ। ਅਕਬਰ ਅਤੇ ਮਹਾਰਾਣਾ ਪ੍ਰਤਾਪ ਦਾ ਸੈਨਿਕ ਸੰਘਰਸ਼ ਰਾਜਪੂਤ ਮੁਗਲ ਇਤਿਹਾਸ ਦੇ ਵਿੱਚ ਮਹੱਤਵਪੂਰਨ ਸਥਾਨ ਰੱਖਦਾ ਹੈ। ਮਹਾਰਾਣਾ ਪ੍ਰਤਾਪ ਇੱਕ ਮਹਾਨ ਰਾਜਪੂਤ ਰਾਜਾ ਸੀ ਤੇ ਉਸਨੇ ਜ਼ਿੰਦਗੀ ਭਰ ਮੁਗਲਾਂ ਦੀ ਅਧੀਨਤਾ ਸਵੀਕਾਰ ਨਹੀਂ ਕੀਤੀ, ਸਗੋਂ ਮੇਵਾੜ ਦੇ ਮੁਗਲ ਅਧੀਨ ਖੇਤਰਾਂ ਨੂੰ ਵੀ ਸੁਤੰਤਰ ਕਰਵਾਇਆ। ਉਸਨੇ 1572 ਵਿੱਚ ਇਹ ਪ੍ਰਤਿੱਗਿਆ ਕੀਤੀ ਸੀ ਕਿ ਜਦੋਂ ਤੱਕ ਉਹ ਆਪਣੇ ਦੇਸ਼ ਨੂੰ ਮੁਗਲਾਂ ਤੋਂ ਸੁਤੰਤਰ ਨਹੀਂ ਕਰਵਾ ਲਵੇਗਾ, ਉਦੋਂ ਤੱਕ ਨਾ ਤਾਂ ਨਰਮ ਬਿਸਤਰੇ ਤੇ ਸੌਏਗਾ ਤੇ ਨਾ ਹੀ ਕੀਮਤੀ ਬਰਤਨਾਂ ਵਿੱਚ ਖਾਣਾ ਖਾਏਗਾ। ਉਸ ਦੀ ਇਹ ਪ੍ਰਤਿੱਗਿਆ ਬਹੁਤ ਮਹੱਤਵਪੂਰਨ ਇਸ ਕਰਕੇ ਵੀ ਸੀ ਕਿ ਉਸ ਕੋਲ ਸਾਧਨਾਂ ਦੀ ਬਹੁਤ ਕਮੀ ਸੀ, ਪਰ ਉਸ ਦੀ ਹਿੰਮਤ ਇੰਨੀ ਜ਼ਬਰਦਸਤ ਸੀ ਕਿ ਉਸ ਨੇ ਕੱਲਿਆਂ ਹੀ 25 ਸਾਲ ਤੱਕ ਅਕਬਰ ਦੇ ਵਿਰੁੱਧ ਸੰਘਰਸ਼ ਕੀਤਾ। ਮਹਾਰਾਣਾ ਪ੍ਰਤਾਪ ਦਾ ਅਕਬਰ ਦੇ ਵਿਰੁੱਧ ਸੰਘਰਸ਼ ਦੇ ਵਿੱਚ ਸਭ ਤੋਂ ਮਹੱਤਵਪੂਰਨ ਹਲਦੀ ਘਾਟੀ ਦੇ ਸਥਾਨ ਤੇ ਹੋਇਆ ਯੁੱਧ ਹੈ, ਜਿਹੜਾ ਕਿ 1576 ਈਸਵੀ ਵਿੱਚ ਹੋਇਆ। ਇਹ ਯੁੱਧ ਬਹੁਤ ਹੀ ਜ਼ਬਰਦਸਤ ਯੁੱਧ ਸੀ। ਇਸ ਯੁੱਧ ਦੇ ਵਿੱਚ ਭਾਵੇਂ ਕਿ ਅਕਬਰ ਜਿੱਤ ਗਿਆ, ਪਰ ਉਸ ਦੇ ਬਾਵਜੂਦ ਮਹਾਰਾਣਾ ਪ੍ਰਤਾਪ ਇਸ ਯੁੱਧ ਦੇ ਵਿੱਚ ਬਹੁਤ ਬਹਾਦਰੀ ਦੇ ਨਾਲ ਲੜਿਆ। 1597 ਈਸਵੀ ਤੱਕ ਮਹਾਰਾਣਾ ਪ੍ਰਤਾਪ ਮੁਗਲ ਸੈਨਾਵਾਂ ਦਾ ਸਾਹਮਣਾ ਕਰਦਾ ਰਿਹਾ ਤੇ ਉਸ ਨੇ ਬਹੁਤ ਸਾਰੇ ਖੇਤਰ ਮੁਗਲਾਂ ਤੋਂ ਖੋਹ ਵੀ ਲਏ। ਅਜਮੇਰ ਤੇ ਚਿਤੌੜ ਨੂੰ ਛੱਡ ਕੇ ਮੇਵਾੜ ਦਾ ਬਹੁਤ ਸਾਰਾ ਇਲਾਕਾ ਉਸ ਦੇ ਹੱਥਾਂ ਵਿੱਚ ਆ ਗਿਆ ਸੀ ਅਤੇ ਉਸ ਨੇ 1572 ਵਿੱਚ ਕੀਤੀ ਹੋਈ ਪ੍ਰਤਿੱਗਿਆ ਨੂੰ ਕਾਫੀ ਹੱਦ ਤੱਕ ਪੂਰਾ ਵੀ ਕੀਤਾ। 1597 ਦੇ ਵਿੱਚ ਅਖੀਰ ਇਸ ਬਹਾਦਰ ਰਾਜਪੂਤ ਰਾਜੇ ਦੀ ਮੌਤ ਹੋ ਗਈ ਤੇ ਇਸ ਤਰ੍ਹਾਂ ਮਹਾਰਾਣਾ ਪ੍ਰਤਾਪ ਦਾ ਵਿਰੋਧ ਵੀ ਖਤਮ ਹੋ ਗਿਆ। ਗੁਜਰਾਤ ਪੱਛਮੀ ਭਾਰਤ ਦਾ ਇੱਕ ਅਮੀਰ ਪ੍ਰਦੇਸ਼ ਸੀ ਅਤੇ ਸਮੁੰਦਰ ਦੇ ਨੇੜੇ ਹੋਣ ਕਰਕੇ ਇਹ ਵਪਾਰ ਦਾ ਵੀ ਮੁੱਖ ਕੇਂਦਰ ਸੀ। ਅਕਬਰ ਤੋਂ ਪਹਿਲਾਂ ਹੁਮਾਯੂੰ ਨੇ ਵੀ ਇਸ ਪ੍ਰਦੇਸ਼ ਨੂੰ ਜਿੱਤ ਲਿਆ ਸੀ, ਪਰ ਉਹ ਆਪਣੀ ਮੂਰਖਤਾ ਕਾਰਨ ਇਸ ਪ੍ਰਦੇਸ਼ ਉੱਤੇ ਜ਼ਿਆਦਾ ਦੇਰ ਤੱਕ ਅਧਿਕਾਰ ਨਾ ਰੱਖ ਸਕਿਆ। ਅਕਬਰ ਨੇ 1572 ਈਸਵੀ ਦੇ ਵਿੱਚ ਇੱਕ ਵੱਡੀ ਸੈਨਾ ਗੁਜਰਾਤ ਨੂੰ ਜਿੱਤਣ ਲਈ ਭੇਜੀ ਅਤੇ ਗੁਜਰਾਤ ਦੇ ਸ਼ਾਸਕ ਨੇ ਬਿਨਾਂ ਯੁੱਧ ਕੀਤੇ ਹੀ ਆਤਮ ਸਮਰਪਣ ਕਰ ਦਿੱਤਾ। ਇਸ ਤਰ੍ਹਾਂ ਸੂਰਤ ਨੂੰ ਵੀ ਮੁਗਲਾਂ ਨੇ ਆਸਾਨੀ ਦੇ ਨਾਲ ਆਪਣੇ ਅਧਿਕਾਰ ਵਿੱਚ ਕਰ ਲਿਆ। ਇਸ ਤਰ੍ਹਾਂ ਪੂਰਾ ਗੁਜਰਾਤ 1573 ਈਸਵੀ ਤੱਕ ਅਕਬਰ ਦੇ ਅਧੀਨ ਹੋ ਗਿਆ। ਹਾਲਾਂਕਿ ਕੁਝ ਸਮੇਂ ਬਾਅਦ ਗੁਜਰਾਤ ਵਿੱਚ ਫਿਰ ਗੜਬੜ ਹੋਈ, ਪਰ ਅਕਬਰ ਨੇ ਬਹੁਤ ਹੀ ਸਮਝਦਾਰੀ ਨਾਲ ਕੰਮ ਲੈਂਦੇ ਹੋਏ ਇਸ ਗੜਬੜ ਨੂੰ ਪੂਰੀ ਤਰ੍ਹਾਂ ਦੇ ਨਾਲ ਦਬਾ ਦਿੱਤਾ ਅਤੇ ਗੁਜਰਾਤ ਉੱਤੇ ਆਪਣੇ ਪੈਰ ਪੱਕੇ ਕਰ ਲਏ। ਬਿਹਾਰ ਅਤੇ ਬੰਗਾਲ ਉੱਤੇ ਦਾਊਦ ਖਾਨ ਦਾ ਸ਼ਾਸਨ ਸੀ। ਉਹ ਬਹੁਤ ਹੀ ਘਮੰਡੀ ਸ਼ਾਸਕ ਸੀ ਅਤੇ ਉਸ ਨੇ ਅਕਬਰ ਦੀ ਅਧੀਨਤਾ ਕਰਨੀ ਅਸਵੀਕਾਰ ਕਰ ਦਿੱਤੀ, ਜਿਸ ਕਰਕੇ ਅਕਬਰ ਨੇ ਉਸ ਦੇ ਖਿਲਾਫ ਯੁੱਧ ਛੇੜ ਦਿੱਤਾ। ਅਕਬਰ ਦੇ ਹਮਲੇ ਤੋਂ ਘਬਰਾ ਕੇ ਬਿਹਾਰ ਤੇ ਬੰਗਾਲ ਦਾ ਸ਼ਾਸਕ ਦਾਊਦ ਖਾਂ ਉੜੀਸਾ ਵੱਲ ਭੱਜ ਗਿਆ ਅਤੇ ਇਸ ਤਰ੍ਹਾਂ ਆਸਾਨੀ ਦੇ ਨਾਲ ਬਿਹਾਰ ਅਤੇ ਬੰਗਾਲ ਉੱਤੇ ਅਕਬਰ ਨੇ ਜਿੱਤ ਪ੍ਰਾਪਤ ਕਰ ਲਈ। ਪਰ ਕੁਝ ਸਮੇਂ ਬਾਅਦ ਦਾਊਦ ਖਾਂ ਨੇ ਫਿਰ ਦੁਬਾਰਾ ਵਿਦਰੋਹ ਕਰ ਦਿੱਤਾ ਅਤੇ ਅਕਬਰ ਨੇ ਟੋਡਰਮਲ ਅਧੀਨ ਸੈਨਾ ਨੂੰ ਇਸ ਵਿਦਰੋਹ ਨੂੰ ਦਬਾਉਣ ਲਈ ਭੇਜਿਆ ਅਤੇ ਹੁਣ ਟੋਡਰਮਲ ਨੇ ਦਾਊਦ ਖਾਂ ਨੂੰ ਹਰਾ ਦਿੱਤਾ ਅਤੇ ਇਸ ਤਰ੍ਹਾਂ ਹੁਣ ਦਾਊਦ ਖਾਂ ਨੂੰ ਮਾਫ ਕਰਨ ਦੀ ਬਜਾਏ ਉਸ ਦਾ ਕਤਲ ਕਰ ਦਿੱਤਾ ਗਿਆ ਅਤੇ 1576 ਈਸਵੀ ਦੇ ਵਿੱਚ ਇਸ ਪ੍ਰਦੇਸ਼ ਨੂੰ ਪੂਰੀ ਤਰ੍ਹਾਂ ਦੇ ਨਾਲ ਮੁਗਲ ਸਾਮਰਾਜ ਦੇ ਵਿੱਚ ਮਿਲਾ ਲਿਆ ਗਿਆ। ਬਿਹਾਰ ਅਤੇ ਬੰਗਾਲ ਦੀ ਜਿੱਤ ਤੋਂ ਬਾਅਦ ਅਕਬਰ ਦੇ ਹੌਸਲੇ ਹੋਰ ਵੀ ਜ਼ਿਆਦਾ ਬੁਲੰਦ ਸੀ ਅਤੇ ਉਸ ਨੇ 1585 ਈਸਵੀ ਵਿੱਚ ਕਾਬਲ ਉੱਤੇ ਵੀ ਅਧਿਕਾਰ ਕਰ ਲਿਆ ਅਤੇ ਉਸ ਤੋਂ ਬਾਅਦ ਕਸ਼ਮੀਰ, ਸਿੰਧ ਅਤੇ ਕੰਧਾਰ ਵੱਲ ਹਮਲਾ ਕੀਤਾ। ਕਸ਼ਮੀਰ ਉੱਤੇ ਉਸ ਸਮੇਂ ਯੂਸਫ ਖਾਂ ਸ਼ਾਸਨ ਕਰਦਾ ਸੀ। ਅਕਬਰ ਦੇ ਵੱਡੇ ਹਮਲੇ ਨੂੰ ਦੇਖ ਕੇ ਯੂਸਫ ਖਾਂ ਘਬਰਾ ਗਿਆ
ਅਤੇ ਉਸ ਨੇ ਮਜਬੂਰ ਹੋ ਕੇ ਭਾਰੀ ਭੇਟ ਦੇਣੀ ਮੰਨ ਲਈ, ਪਰ ਅਕਬਰ ਨੂੰ ਇਹ ਮਨਜ਼ੂਰ ਨਹੀਂ ਸੀ। ਇਸ ਤਰ੍ਹਾਂ 1586 ਈਸਵੀ ਦੇ ਵਿੱਚ ਕਸ਼ਮੀਰ ਨੂੰ ਆਪਣੇ ਰਾਜ ਵਿੱਚ ਮਿਲਾਉਣ ਤੋਂ ਬਾਅਦ 1591 ਈਸਵੀ ਦੇ ਵਿੱਚ ਅਕਬਰ ਨੇ ਸਿੰਧ ਤੇ ਹਮਲਾ ਕਰ ਦਿੱਤਾ। ਪੱਛਮੀ ਭਾਰਤ ਵਿੱਚ ਹੁਣ ਸਿੰਧ ਹੀ ਸਿਰਫ ਇੱਕ ਅਜਿਹਾ ਪ੍ਰਦੇਸ਼ ਸੀ ਜਿਸ ਨੇ ਹਾਲੇ ਤੱਕ ਅਕਬਰ ਦੀ ਅਧੀਨਤਾ ਮਨਜ਼ੂਰ ਨਹੀਂ ਸੀ ਕੀਤੀ, ਸੋ ਇਸ ਲਈ ਅਕਬਰ ਨੇ ਉੱਥੇ ਹਮਲਾ ਕੀਤਾ। ਸਿੰਧ ਉੱਤੇ ਉਸ ਸਮੇਂ ਜਾਨੀ ਬੇਗ ਦਾ ਅਧਿਕਾਰ ਸੀ। ਜਾਨੀ ਬੇਗ ਦੇ ਨਾਲ ਅਕਬਰ ਦੀ ਘਮਸਾਨ ਦੀ ਲੜਾਈ ਹੋਈ ਅਤੇ ਅੰਤ ਨੂੰ ਜਾਨੀ ਬੇਗ ਨੂੰ ਆਤਮ ਸਮਰਪਣ ਕਰਨਾ ਪਿਆ ਅਤੇ ਇਸ ਤਰ੍ਹਾਂ ਸਿੰਧ ਵੀ ਮੁਗਲਾਂ ਦੇ ਅਧੀਨ ਹੋ ਗਿਆ। ਉਸ ਤੋਂ ਬਾਅਦ ਅਕਬਰ ਨੇ ਉੱਤਰ ਪੱਛਮ ਵਿੱਚ ਭਿਆਨਕ ਕਬੀਲਿਆਂ ਦੀ ਸਮੱਸਿਆ ਦਾ ਸਾਹਮਣਾ ਕਰਨ ਦੇ ਲਈ ਉਹਨਾਂ ਨੂੰ ਜਿੱਤਣ ਦੀ ਕੋਸ਼ਿਸ਼ ਕੀਤੀ। ਇਹ ਕਬੀਲੇ ਬਹੁਤ ਹੀ ਸ਼ਕਤੀਸ਼ਾਲੀ ਕਬੀਲੇ ਮੰਨੇ ਜਾਂਦੇ ਸੀ ਅਤੇ ਇਹਨਾਂ ਨੂੰ ਹਰਾਉਣਾ ਕਾਫੀ ਮੁਸ਼ਕਲ ਸੀ। ਅਕਬਰ ਨੇ ਇਹਨਾਂ ਨੂੰ ਜਿੱਤਣ ਦੇ ਲਈ ਪਹਿਲਾਂ ਜ਼ੈਨ ਖਾਂ ਅਤੇ ਬੀਰਬਲ ਅਧੀਨ ਸੈਨਾ ਭੇਜੀ ਅਤੇ ਉਸ ਤੋਂ ਬਾਅਦ ਟੋਡਰਮਲ ਦੇ ਅਧੀਨ ਵੀ ਸੈਨਾ ਭੇਜੀ। ਹੁਣ ਅਕਬਰ ਨੇ ਇਹ ਮਹਿਸੂਸ ਕੀਤਾ ਕਿ ਇਸ ਸਮੱਸਿਆ ਦਾ ਅਸਲੀ ਹੱਲ ਕੰਧਾਰ ਉੱਤੇ ਅਧਿਕਾਰ ਕਰਨ ਦੇ ਨਾਲ ਹੀ ਲੱਭ ਸਕਦਾ ਹੈ। ਇਸ ਲਈ ਉਸ ਨੇ ਕੰਧਾਰ ਵੱਲ ਹਮਲਾ ਕੀਤਾ। ਕੰਧਾਰ ਦੇ ਗਵਰਨਰ ਮੁਜ਼ੱਫਰ ਹੁਸੈਨ ਦੀ ਈਰਾਨ ਦੇ ਸ਼ਾਹ ਦੇ ਨਾਲ ਬਣਦੀ ਨਹੀਂ ਸੀ। ਇਸ ਤਰ੍ਹਾਂ ਅਕਬਰ ਦੀ ਛੋਟੀ ਜਿਹੀ ਉਕਸਾਹਟ ਉੱਤੇ ਹੀ ਉਸ ਨੇ ਕੰਧਾਰ ਦਾ ਕਿਲਾ ਮੁਗਲਾਂ ਨੂੰ ਸੌਂਪ ਦਿੱਤਾ ਤੇ ਅਕਬਰ ਨੇ ਉਸ ਨੂੰ ਆਪਣੀ ਸੇਵਾ ਵਿੱਚ ਲੈ ਲਿਆ ਤੇ 5000 ਦਾ ਮਨਸਬਦਾਰ ਬਣਾ ਦਿੱਤਾ। ਉੱਤਰੀ ਭਾਰਤ ਦੀਆਂ ਇਹਨਾਂ ਜਿੱਤਾਂ ਤੋਂ ਬਾਅਦ ਅਕਬਰ ਨੇ ਦੱਖਣੀ ਭਾਰਤ ਵੱਲ ਧਿਆਨ ਦਿੱਤਾ। ਉਹਨੇ ਅਹਿਮਦਨਗਰ, ਗੋਲਕੁੰਡਾ, ਬੀਜਾਪੁਰ ਤੇ ਖਾਨਦੇਸ਼ ਨੂੰ ਜਿੱਤਣ ਦੀ ਰਣਨੀਤੀ ਬਣਾਈ। ਸਭ ਤੋਂ ਪਹਿਲਾਂ ਉਹਨੇ ਅਹਿਮਦਨਗਰ ਵੱਲ ਧਿਆਨ ਦਿੱਤਾ। ਉਸ ਦਾ ਵੱਡਾ ਕਾਰਨ ਇਹ ਸੀ ਕਿ ਅਹਿਮਦਨਗਰ ਉਸ ਸਮੇਂ ਰਾਜਨੀਤਿਕ ਸਾਜ਼ਿਸ਼ਾਂ ਦਾ ਅੱਡਾ ਬਣਿਆ ਹੋਇਆ ਸੀ ਅਤੇ ਉਸ ਸਮੇਂ ਅਹਿਮਦਨਗਰ ਦੇ ਵਿੱਚ ਦੋ ਧਿਰਾਂ ਮੁੱਖ ਬਣ ਗਈਆਂ ਸੀ, ਇੱਕ ਮੀਆਂ ਮੰਝ ਤੇ ਦੂਜਾ ਚਾਂਦ ਬੀਬੀ ਦਾ। ਉਸ ਸਮੇਂ ਚਾਂਦ ਬੀਬੀ ਦਾ ਪਲੜਾ ਭਾਰੀ ਸੀ ਅਤੇ ਮੀਆਂ ਮੰਝ ਚਾਹੁੰਦਾ ਸੀ ਕਿ ਅਕਬਰ ਅਹਿਮਦਨਗਰ ਉੱਤੇ ਹਮਲਾ ਕਰੇ ਅਤੇ ਉਸ ਦੀ ਮਦਦ ਕਰੇ। ਅਕਬਰ ਨੇ ਇਸ ਦਾ ਫਾਇਦਾ ਚੁੱਕਦੇ ਹੋਏ ਅਹਿਮਦਨਗਰ ਉੱਤੇ ਹਮਲਾ ਕੀਤਾ ਅਤੇ ਇਹ ਹਮਲਾ ਇੰਨਾ ਜ਼ਬਰਦਸਤ ਸੀ ਕਿ ਦੋਨੇ ਧਿਰਾਂ ਬਹੁਤ ਬਹਾਦਰੀ ਨਾਲ ਲੜੀਆਂ। ਖਾਸ ਤੌਰ ਤੇ ਚਾਂਦ ਬੀਬੀ ਨੇ ਮੁਗਲ ਸੈਨਾ ਦਾ ਬਹੁਤ ਬਹਾਦਰੀ ਨਾਲ ਸਾਹਮਣਾ ਕੀਤਾ ਅਤੇ ਇਹ ਲੜਾਈ ਦਾ ਕੋਈ ਵੀ ਫੈਸਲਾ ਨਹੀਂ ਹੋ ਸਕਿਆ ਅਤੇ ਅੰਤ ਨੂੰ ਦੋਹਾਂ ਧਿਰਾਂ ਦੇ ਵਿੱਚ ਸਮਝੌਤਾ ਹੋਇਆ, ਜਿਸ ਅਨੁਸਾਰ ਚਾਂਦ ਬੀਬੀ ਨੇ ਅਹਿਮਦਨਗਰ ਦੇ ਕੁਝ ਇਲਾਕੇ ਅਕਬਰ ਨੂੰ ਦੇ ਦਿੱਤੇ ਅਤੇ ਇਹ ਸੰਧੀ ਹੋ ਗਈ। ਇਸ ਸੰਧੀ ਤੋਂ ਕੁਝ ਸਮੇਂ ਬਾਅਦ ਹੀ ਅਹਿਮਦਨਗਰ ਦੇ ਹੋਰ ਸਰਦਾਰਾਂ ਨੇ ਇਸ ਸਮਝੌਤੇ ਨੂੰ ਮੰਨਣ ਤੋਂ ਨਾਂਹ ਕਰ ਦਿੱਤੀ ਅਤੇ ਬਰਾਰ ਦਾ ਇਲਾਕਾ, ਜੋ ਕਿ ਇਸ ਜਗ੍ਹਾ ਤੇ ਪੈਂਦਾ ਸੀ, ਇਸ ਇਲਾਕੇ ਨੂੰ, ਜੋ ਕਿ ਚਾਂਦ ਬੀਬੀ ਨੇ ਮੁਗਲਾਂ ਨੂੰ ਦੇ ਦਿੱਤਾ ਸੀ, ਇਸ ਇਲਾਕੇ ਨੂੰ ਵਾਪਸ ਲੈਣ ਦੇ ਲਈ ਲਗਭਗ 50,000 ਦੀ ਸ਼ਕਤੀਸ਼ਾਲੀ ਸੈਨਾ ਵੀ ਤਿਆਰ ਕਰ ਲਈ ਅਤੇ ਇਸ ਤਰ੍ਹਾਂ ਸੂਪਾ ਨਾਂ ਦੀ ਥਾਂ ਦੇ ਉੱਤੇ ਫਿਰ ਦੁਬਾਰਾ ਯੁੱਧ ਹੋਇਆ। ਇਸ ਯੁੱਧ ਦੇ ਵਿੱਚ ਹਾਲਾਂਕਿ ਮੁਗਲਾਂ ਨੂੰ ਬਹੁਤ ਜ਼ਿਆਦਾ ਨੁਕਸਾਨ ਹੋਇਆ, ਪਰ ਉਸ ਦੇ ਬਾਵਜੂਦ ਮੁਗਲ ਜਿੱਤ ਗਏ ਅਤੇ ਇਸ ਤਰ੍ਹਾਂ ਬਰਾਰ ਦਾ ਇਲਾਕਾ ਉਹਨਾਂ ਦੇ ਕੋਲ ਹੀ ਰਹਿ ਗਿਆ। ਹੁਣ ਅਕਬਰ ਨੇ ਦੁਬਾਰਾ ਅਹਿਮਦਨਗਰ ਵੱਲ ਧਿਆਨ ਦਿੱਤਾ ਅਤੇ ਅਬੁਲ ਫਜ਼ਲ ਦੇ ਅਧੀਨ ਇੱਕ ਵੱਡੀ ਸੈਨਾ ਅਹਿਮਦਨਗਰ ਉੱਤੇ ਹਮਲਾ ਕਰਨ ਲਈ ਭੇਜੀ। ਇੱਕ ਵਾਰ ਫੇਰ ਚਾਂਦ ਬੀਬੀ ਨੇ ਬਹੁਤ ਬਹਾਦਰੀ ਦੇ ਨਾਲ ਮੁਗਲਾਂ ਦਾ ਸਾਹਮਣਾ ਕੀਤਾ, ਪਰ ਉਹ ਯੁੱਧ ਵਿੱਚ ਮਾਰੀ ਗਈ। ਉਸ ਦੇ ਮਾਰੇ ਜਾਣ ਤੋਂ ਬਾਅਦ ਵੀ ਕਾਫੀ ਮਹੀਨਿਆਂ ਤੱਕ ਇਹ ਯੁੱਧ ਚੱਲਦਾ ਰਿਹਾ ਅਤੇ ਬੜੀ ਮੁਸ਼ਕਲ ਨਾਲ ਲਗਭਗ 1600 ਈਸਵੀ ਦੇ ਵਿੱਚ ਅਹਿਮਦਨਗਰ ਨੂੰ ਮੁਗਲ ਜਿੱਤ ਸਕੇ। ਬਹੁਤ ਸਾਰੇ ਇਤਿਹਾਸਕਾਰ ਇਹ ਮੰਨਦੇ ਆ ਕਿ ਅਹਿਮਦਨਗਰ ਦਾ ਸਾਰਾ ਇਲਾਕਾ ਅਕਬਰ ਨੇ ਆਪਣੇ ਰਾਜ ਵਿੱਚ ਨਹੀਂ ਮਿਲਾਇਆ ਅਤੇ ਆਹ ਜਿਹੜਾ ਪੀਲੇ ਰੰਗ ਦਾ ਇਲਾਕਾ ਹੈ,
ਇਹ ਉਸ ਦੇ ਰਾਜ ਦੇ ਵਿੱਚ ਉਹਨੇ ਸ਼ਾਮਲ ਨਹੀਂ ਕੀਤਾ ਸੀਗਾ। ਅਤੇ ਇਸ ਤੋਂ ਇਲਾਵਾ ਜਿਹੜੇ ਉੱਪਰਲੇ ਇਲਾਕੇ ਸੀ ਬਰਾਰ ਵਗੈਰਾ ਵਾਲੇ, ਉਹ ਉਹਨੇ ਆਪਣੇ ਰਾਜ ਦੇ ਵਿੱਚ ਸ਼ਾਮਲ ਕਰ ਲਏ ਸੀ। ਉਸ ਤੋਂ ਬਾਅਦ ਅਕਬਰ ਨੇ ਖਾਨਦੇਸ਼ ਵੱਲ ਧਿਆਨ ਦਿੱਤਾ। ਖਾਨਦੇਸ਼ ਜੋ ਕਿ ਆਹ ਸਾਰਾ ਇਲਾਕਾ ਖਾਨਦੇਸ਼ ਦਾ ਇਲਾਕਾ ਸੀ। ਇਸ ਇਲਾਕੇ ਦੇ ਉੱਤੇ ਉਸ ਸਮੇਂ ਬਹਾਦਰ ਨਾਂ ਦਾ ਸ਼ਾਸਕ ਰਾਜ ਕਰਦਾ ਸੀ। ਇਸ ਇਲਾਕੇ ਨੂੰ ਜਿੱਤਣ ਦੇ ਲਈ ਅਕਬਰ ਨੇ ਵੱਡੀ ਮੁਹਿੰਮ ਭੇਜੀ ਅਤੇ ਇਸ ਤਰ੍ਹਾਂ ਦੇ ਨਾਲ ਅਸੀਰਗੜ੍ਹ ਨਾਂ ਦੇ ਥਾਂ ਦੇ ਉੱਤੇ ਲੜਾਈ ਹੋਈ। ਇਹ ਲੜਾਈ ਅਕਬਰ ਦੀ ਅੰਤਮ ਲੜਾਈ ਵੀ ਸਾਬਤ ਹੋਈ। ਇਹ ਅਸੀਰਗੜ੍ਹ ਦਾ ਕਿਲਾ ਇੰਨਾ ਮਜ਼ਬੂਤ ਕਿਲਾ ਸੀ ਕਿ ਕਈ ਮਹੀਨਿਆਂ ਦੇ ਘੇਰੇ ਦੇ ਬਾਵਜੂਦ ਵੀ ਅਕਬਰ ਇਹਨੂੰ ਜਿੱਤ ਨਹੀਂ ਸਕਿਆ। ਕਈ ਇਤਿਹਾਸਕਾਰ ਮੰਨਦੇ ਆ ਕਿ ਅੰਤ ਨੂੰ ਅਕਬਰ ਨੇ ਰਿਸ਼ਵਤ ਅਤੇ ਧੋਖੇਬਾਜ਼ੀ ਤੋਂ ਕੰਮ ਲਿਆ ਅਤੇ ਦੁਸ਼ਮਣ ਦੇ ਕਈ ਸਰਦਾਰ ਆਪਣੇ ਨਾਲ ਮਿਲਾ ਲਏ ਤੇ ਅੰਤ 1601 ਵਿੱਚ ਇਸ ਖਾਨਦੇਸ਼ ਨੂੰ ਆਪਣੇ ਰਾਜ ਵਿੱਚ ਮਿਲਾ ਲਿਆ। ਸੋ ਇਹ ਉਸ ਦੀ ਜੇਤੂ ਮੁਹਿੰਮ ਦੀ ਆਖਰੀ ਜਿੱਤ ਸਾਬਤ ਹੋਈ। ਇਸ ਤਰ੍ਹਾਂ ਅਕਬਰ ਦੇ ਰਾਜ ਦੇ ਵਿਸਥਾਰ ਦੀ ਜੇ ਗੱਲ ਕਰੀਏ ਤਾਂ ਅਕਬਰ ਨੇ ਆਪਣੇ ਰਾਜ ਨੂੰ 15 ਸੂਬਿਆਂ ਦੇ ਵਿੱਚ ਵੰਡਿਆ ਹੋਇਆ ਸੀਗਾ, ਜਿਨ੍ਹਾਂ ਵਿੱਚ ਮੁੱਖ ਸਨ ਬੰਗਾਲ, ਬਿਹਾਰ, ਇਲਾਹਾਬਾਦ, ਅਵਧ, ਆਗਰਾ, ਦਿੱਲੀ, ਲਾਹੌਰ, ਮੁਲਤਾਨ, ਕਾਬਲ, ਅਜਮੇਰ, ਮਾਲਵਾ, ਅਹਿਮਦਾਬਾਦ ਅਤੇ ਮੁਲਤਾਨ। ਇਹਨਾਂ ਸਾਰਿਆਂ ਇਲਾਕਿਆਂ ਨੂੰ ਅਕਬਰ ਨੇ ਆਪਣੇ ਰਾਜ ਦੇ ਵਿੱਚ ਸ਼ਾਮਲ ਕੀਤਾ ਹੋਇਆ ਸੀ। ਪਰ ਕੁਝ ਇਤਿਹਾਸਕਾਰ, ਜਿਨ੍ਹਾਂ ਵਿੱਚ JL ਮਹਿਤਾ ਆਦਿ ਮੁੱਖ ਹਨ, ਉਹ ਮੰਨਦੇ ਹਨ ਕਿ ਆਹ ਜਿਹੜਾ ਗੋਂਡਵਾਨਾ ਦਾ ਇਲਾਕਾ ਹੈ, ਇਹ ਇਲਾਕਾ ਭਾਵੇਂ ਕਿ ਅਕਬਰ ਨੇ 1564 ਈਸਵੀ ਵਿੱਚ ਗੋਂਡਵਾਨਾ ਨੂੰ ਜਿੱਤ ਲਿਆ ਸੀ, ਪਰ ਇਸ ਇਲਾਕੇ ਨੂੰ ਉਸ ਨੇ ਆਪਣੇ ਰਾਜ ਦੇ ਵਿੱਚ ਸ਼ਾਮਲ ਨਹੀਂ ਸੀ ਕੀਤਾ। ਅਤੇ ਇਸ ਦਾ ਵੱਡਾ ਸਬੂਤ ਇਹ ਵੀ ਹੈ ਕਿ ਅਕਬਰ ਦੇ ਸੂਬਿਆਂ ਦੇ ਵਿੱਚ ਕਿਤੇ ਵੀ ਗੋਂਡਵਾਨਾ ਦਾ ਨਾਂ ਨਹੀਂ ਆਉਂਦਾ ਆ, ਜਿਸ ਕਰਕੇ ਕੁਝ ਇਤਿਹਾਸਕਾਰ ਇਹ ਮੰਨਦੇ ਆ ਕਿ ਗੋਂਡਵਾਨਾ ਨੂੰ ਅਕਬਰ ਨੇ ਆਪਣੇ ਰਾਜ ਦੇ ਵਿੱਚ ਸ਼ਾਮਲ ਨਹੀਂ ਸੀ ਕੀਤਾ, ਭਾਵੇਂ ਕਿ ਉਸ ਨੇ ਇਸ ਇਲਾਕੇ ਨੂੰ ਜਿੱਤ ਲਿਆ ਸੀ। ਇਹਨਾਂ ਜਿੱਤਾਂ ਤੋਂ ਇਲਾਵਾ ਅਕਬਰ ਸਮਾਜਿਕ ਸੁਧਾਰਾਂ ਲਈ ਵੀ ਜਾਣਿਆ ਜਾਂਦਾ ਹੈ। ਉਸ ਸਮੇਂ ਸਮਾਜ ਵਿੱਚ ਕਈ ਕੁਪ੍ਰਥਾਵਾਂ ਪ੍ਰਚਲਿਤ ਸਨ। ਜਿਸ ਤਰ੍ਹਾਂ ਸਤੀ ਪ੍ਰਥਾ ਉਸ ਸਮੇਂ ਬਹੁਤ ਪ੍ਰਚਲਿਤ ਸੀ, ਜਿਹੜੀ ਕਿ ਇੱਕ ਮਾੜੀ ਪ੍ਰਥਾ ਸੀ, ਜਿਸ ਅਨੁਸਾਰ ਜੇਕਰ ਕਿਸੇ ਇਸਤਰੀ ਦੇ ਪਤੀ ਦੀ ਮੌਤ ਹੋ ਜਾਂਦੀ ਸੀ ਤਾਂ ਉਸ ਨੂੰ ਜ਼ਿੰਦਾ ਹੀ ਆਪਣੇ ਪਤੀ ਦੀ ਚਿਤਾ ਵਿੱਚ ਜਲ ਕੇ ਮਰ ਜਾਣਾ ਪੈਂਦਾ ਸੀ। ਇਸ ਪ੍ਰਥਾ ਉੱਤੇ ਅਕਬਰ ਨੇ ਰੋਕ ਲਾਉਣ ਦੀ ਕੋਸ਼ਿਸ਼ ਕੀਤੀ। ਇਸ ਤੋਂ ਇਲਾਵਾ ਉਸ ਸਮੇਂ ਵਿਧਵਾਵਾਂ ਦੀ ਹਾਲਾਤ ਵੀ ਬਹੁਤ ਮਾੜੇ ਸਨ। ਜਿਹੜੀ ਇਸਤਰੀ ਸਤੀ ਨਹੀਂ ਹੁੰਦੀ ਸੀ, ਉਸ ਦੀ ਜ਼ਿੰਦਗੀ ਮੌਤ ਨਾਲੋਂ ਵੀ ਮਾੜੀ ਹੋ ਜਾਂਦੀ ਸੀ। ਅਕਬਰ ਨੇ ਵਿਧਵਾ ਵਿਆਹ ਨੂੰ ਵੀ ਉਤਸ਼ਾਹਿਤ ਕੀਤਾ। ਅਕਬਰ ਦੇ ਸਮੇਂ ਦੇ ਵਿੱਚ ਉਹਨੇ ਬਾਲ ਵਿਆਹ ਤੇ ਵੀ ਰੋਕ ਲਾਉਣ ਦੀ ਕੋਸ਼ਿਸ਼ ਕੀਤੀ। ਉਸ ਨੇ ਹੁਕਮ ਦਿੱਤਾ ਕਿ 16 ਸਾਲ ਤੋਂ ਘੱਟ ਉਮਰ ਦੇ ਲੜਕੇ ਤੇ 14 ਸਾਲ ਦੀ ਘੱਟ ਉਮਰ ਦੀ ਲੜਕੀ ਦਾ ਵਿਆਹ ਨਹੀਂ ਹੋ ਸਕਦਾ। ਇਸ ਤਰ੍ਹਾਂ ਉਸ ਨੇ ਬਾਲ ਵਿਆਹ ਤੇ ਰੋਕ ਲਾਉਣ ਦੀ ਵੀ ਕੋਸ਼ਿਸ਼ ਕੀਤੀ। ਉਸ ਨੇ ਸਿੱਖਿਆ ਦੇ ਵਿੱਚ ਵੀ ਕਈ ਸਾਰੇ ਸੁਧਾਰ ਲਿਆਉਣ ਦੀ ਕੋਸ਼ਿਸ਼ ਕੀਤੀ। ਉਸ ਨੇ ਬਹੁਤ ਸਾਰੇ ਸਕੂਲ ਜਾਂ ਸਿੱਖਿਆ ਕੇਂਦਰ ਅਸੀਂ ਕਹਿ ਸਕਦੇ ਹਾਂ, ਉਹ ਸਥਾਪਿਤ ਕੀਤੇ, ਜਿਹੜੇ ਕਿ ਸਰਕਾਰੀ ਸਹਾਇਤਾ ਦੇ ਨਾਲ ਚੱਲਦੇ ਸੀ। ਹਿੰਦੂਆਂ ਤੇ ਮੁਸਲਮਾਨਾਂ ਦੋਨਾਂ ਲਈ ਵੱਖ-ਵੱਖ ਪ੍ਰਬੰਧ ਕੀਤੇ ਗਏ ਸੀ। ਕਈ ਥਾਵਾਂ ਤੇ ਉਹਨੇ ਇਹਨਾਂ ਦੋਨਾਂ ਲਈ ਇਕੱਠੇ ਹੀ ਕੇਂਦਰ ਵੀ ਖੋਲ੍ਹਣ ਦੀ ਕੋਸ਼ਿਸ਼ ਕੀਤੀ। ਉਸ ਨੇ ਸੰਸਕ੍ਰਿਤ ਤੇ ਹਿੰਦੀ ਦੇ ਵਿਕਾਸ ਵੱਲ ਵੀ ਧਿਆਨ ਦਿੱਤਾ। ਉਸ ਨੇ ਹਿੰਦੂ ਤੇ ਮੁਸਲਿਮ ਵਰਗ ਦੇ ਲੋਕਾਂ ਨੂੰ ਨੇੜੇ ਲਿਆਉਣ ਦੇ ਲਈ ਕਈ ਕੋਸ਼ਿਸ਼ਾਂ ਕੀਤੀਆਂ। ਉਸ ਨੇ ਇੱਕ ਅਨੁਵਾਦ ਵਿਭਾਗ ਵੀ ਸਥਾਪਿਤ ਕੀਤਾ, ਜਿਸ ਦਾ ਕੰਮ ਫਾਰਸੀ ਗ੍ਰੰਥਾਂ ਨੂੰ ਸੰਸਕ੍ਰਿਤ ਵਿੱਚ ਅਤੇ ਸੰਸਕ੍ਰਿਤ ਗ੍ਰੰਥਾਂ ਦਾ ਫਾਰਸੀ ਭਾਸ਼ਾ ਵਿੱਚ ਅਨੁਵਾਦ ਕਰਨ ਦਾ ਕੰਮ ਹੁੰਦਾ ਸੀ।
ਸੋ ਇਸ ਤਰ੍ਹਾਂ ਦੇ ਨਾਲ ਉਹਨੇ ਸਿੱਖਿਆ ਦੇ ਖੇਤਰ ਦੇ ਵਿੱਚ ਕਈ ਸੁਧਾਰ ਲਿਆਂਦੇ। ਇਸ ਤੋਂ ਇਲਾਵਾ ਅਕਬਰ ਨੇ ਸ਼ਰਾਬ ਵਰਗੀਆਂ ਨਸ਼ੀਲੀਆਂ ਚੀਜ਼ਾਂ ਤੇ ਵੀ ਪਾਬੰਦੀ ਲਗਾ ਦਿੱਤੀ। ਉਸ ਨੇ ਸ਼ਰਾਬ ਦੀ ਵਰਤੋਂ ਨੂੰ ਸਿਰਫ ਦਵਾਈ ਦੇ ਰੂਪ ਦੇ ਵਿੱਚ ਹੀ ਲਏ ਜਾਣ ਦੀ ਆਗਿਆ ਦਿੱਤੀ। ਅਕਬਰ ਬਹੁਤ ਵੱਡਾ ਕਲਾ ਪ੍ਰੇਮੀ ਵੀ ਸੀ। ਉਸ ਨੇ ਆਗਰੇ ਦੇ ਕੋਲ ਫਤਿਹਪੁਰ ਸੀਕਰੀ ਨਾਂ ਦਾ ਨਵਾਂ ਨਗਰ ਵੀ ਵਸਾਇਆ। ਇਸ ਨਗਰ ਦੇ ਵਿੱਚ ਬੁਲੰਦ ਦਰਵਾਜ਼ਾ, ਪੰਜ ਮਹਿਲ, ਇਬਾਦਤਖਾਨਾ, ਜਾਮਾ ਮਸਜਿਦ, ਸ਼ੇਖ ਸਲੀਮ ਚਿਸ਼ਤੀ ਦਾ ਮਕਬਰਾ ਆਦਿ ਬਹੁਤ ਪ੍ਰਸਿੱਧ ਸਥਾਨ ਹਨ। ਇਸ ਤੋਂ ਇਲਾਵਾ ਆਗਰੇ ਦਾ ਕਿਲਾ ਵੀ ਬਹੁਤ ਜ਼ਬਰਦਸਤ ਕਲਾ ਦਾ ਨਮੂਨਾ ਹੈ। ਉਸ ਨੇ ਲਾਹੌਰ ਦਾ ਕਿਲਾ ਵੀ ਬਣਾਇਆ। ਇਸ ਤੋਂ ਇਲਾਵਾ ਇਲਾਹਾਬਾਦ ਦਾ ਕਿਲਾ ਵੀ ਬਣਵਾਇਆ। ਇਸ ਤਰ੍ਹਾਂ ਕਲਾ ਦੇ ਖੇਤਰ ਦੇ ਵਿੱਚ ਵੀ ਉਸ ਨੇ ਬਹੁਤ ਵੱਡਾ ਯੋਗਦਾਨ ਦਿੱਤਾ। ਇਸ ਤੋਂ ਇਲਾਵਾ ਅਕਬਰ ਨੇ ਇੱਕ ਧਾਰਮਿਕ ਅਨੁਸ਼ਾਸਨ ਦੀ ਵੀ ਸਥਾਪਨਾ ਕੀਤੀ, ਜਿਸ ਨੂੰ ਦੀਨ-ਏ-ਇਲਾਹੀ ਕਿਹਾ ਜਾਂਦਾ ਸੀ। ਭਾਵੇਂ ਕਿ ਇਸ ਦੀ ਸਥਾਪਨਾ 1581 ਈਸਵੀ ਵਿੱਚ ਕਰ ਲਈ ਸੀ, ਪਰ ਇਸ ਦਾ ਪ੍ਰਚਾਰ 1582 ਈਸਵੀ ਤੋਂ ਸ਼ੁਰੂ ਕੀਤਾ। ਅਕਬਰ 1575 ਤੋਂ ਹੀ ਧਾਰਮਿਕ ਵਾਦ-ਵਿਵਾਦ ਇਬਾਦਤਖਾਨਾ ਭਵਨ ਦੇ ਵਿੱਚ ਸੁਣਿਆ ਕਰਦਾ ਸੀ। ਇਹ ਇੱਕ ਵੱਡਾ ਕਾਰਨ ਸੀ ਉਸ ਦੇ ਦੀਨ-ਏ-ਇਲਾਹੀ ਨਾਂ ਦੇ ਧਾਰਮਿਕ ਅਨੁਸ਼ਾਸਨ ਨੂੰ ਸਥਾਪਿਤ ਕਰਨ ਦੀ। ਇਸ ਧਾਰਮਿਕ ਅਨੁਸ਼ਾਸਨ ਦੇ ਵਿੱਚ ਪ੍ਰਵੇਸ਼ ਕਰਨ ਵਾਲੇ ਸਾਰੇ ਧਰਮਾਂ ਨੂੰ ਬਰਾਬਰ ਮੰਨਦੇ ਸਨ ਅਤੇ ਇਹ ਸਾਰੇ ਧਰਮਾਂ ਦਾ ਸਾਰ ਸੀ। ਇਸ ਵਿੱਚ ਲਗਭਗ ਸਾਰੇ ਧਰਮਾਂ ਦੀਆਂ ਚੰਗੀਆਂ ਗੱਲਾਂ ਲਈਆਂ ਗਈਆਂ ਸੀ। ਇਸ ਤਰ੍ਹਾਂ ਸਾਰੇ ਧਰਮਾਂ ਦੀਆਂ ਚੰਗੀਆਂ ਗੱਲਾਂ ਨੂੰ ਮਿਲਾ ਕੇ ਦੀਨ-ਏ-ਇਲਾਹੀ ਬਣਦਾ ਸੀ। ਇਸ ਵਿੱਚ ਪ੍ਰਵੇਸ਼ ਕਰਨ ਦੀ ਵਿਧੀ ਬਹੁਤ ਸੌਖੀ ਸੀ। ਇਸ ਅਨੁਸ਼ਾਸਨ ਦਾ ਮੈਂਬਰ ਬਣਨ ਦੇ ਲਈ ਚਾਹਵਾਨ ਵਿਅਕਤੀਆਂ ਨੂੰ ਐਤਵਾਰ ਦੇ ਦਿਨ ਦਰਬਾਰ ਦੇ ਵਿੱਚ ਪੇਸ਼ ਹੋਣਾ ਹੁੰਦਾ ਸੀ ਅਤੇ ਅਕਬਰ ਉਹਨਾਂ ਨੂੰ ਇਸ ਅਨੁਸ਼ਾਸਨ ਦਾ ਮੈਂਬਰ ਬਣਾ ਲੈਂਦਾ ਸੀ। ਇਸ ਅਨੁਸ਼ਾਸਨ ਦੇ ਵਿੱਚ ਸੂਰਜ ਅਤੇ ਅਗਨੀ ਨੂੰ ਪਵਿੱਤਰ ਮੰਨਿਆ ਜਾਂਦਾ ਸੀਗਾ। ਇਸ ਅਨੁਸ਼ਾਸਨ ਦੇ ਮੈਂਬਰ ਆਪਸ ਦੇ ਵਿੱਚ ਮਿਲਣ ਲੱਗਿਆਂ ਇੱਕ ਦੂਜੇ ਨੂੰ ਅੱਲਾਹੂ ਅਕਬਰ ਅਤੇ ਜੱਲੇ ਜਲਾਲਹੂ ਕਹਿ ਕੇ ਇੱਕ ਦੂਜੇ ਦਾ ਸਵਾਗਤ ਕਰਦੇ ਸੀ। ਉਹ ਦੂਸਰੇ ਧਰਮਾਂ ਦੇ ਪ੍ਰਤੀ ਸਹਿਨਸ਼ੀਲਤਾ ਦਾ ਰਵੱਈਆ ਅਪਣਾਉਂਦੇ ਸੀਗੇ। ਉਹ ਉੱਚ ਨੈਤਿਕ ਜੀਵਨ ਬਤੀਤ ਕਰਦੇ ਸੀਗੇ ਅਤੇ ਇਸ ਤੋਂ ਇਲਾਵਾ ਉਹ ਮਾਸ ਖਾਣ ਤੋਂ ਵੀ ਪਰਹੇਜ਼ ਕਰਦੇ ਸੀਗੇ। ਇਸ ਧਾਰਮਿਕ ਅਨੁਸ਼ਾਸਨ ਦੀਆਂ 4 ਪੌੜੀਆਂ ਸਨ। ਪਹਿਲੀ ਪੌੜੀ ਦੇ ਵਿੱਚ ਆਪਣੀ ਜਾਇਦਾਦ ਦਾ ਤਿਆਗ ਕਰਨਾ ਪੈਂਦਾ ਸੀ। ਦੂਸਰੀ ਪੌੜੀ ਦੇ ਵਿੱਚ ਮਾਣ ਮਰਿਆਦਾ ਦਾ ਤਿਆਗ ਕਰਨਾ ਪੈਂਦਾ ਸੀ। ਤੀਸਰੀ ਪੌੜੀ ਦੇ ਵਿੱਚ ਜੀਵਨ ਦਾ ਤਿਆਗ ਕਰਨਾ ਪੈਂਦਾ ਸੀ ਅਤੇ ਚੌਥੀ ਪੌੜੀ ਦੇ ਵਿੱਚ ਆਪਣੇ ਪਿਛਲੇ ਧਰਮ ਦਾ ਤਿਆਗ ਕਰਨਾ ਪੈਂਦਾ ਸੀ। ਇਸ ਤਰ੍ਹਾਂ ਦੇ ਨਾਲ ਇਸ ਧਾਰਮਿਕ ਅਨੁਸ਼ਾਸਨ ਵਿੱਚ 4 ਪੌੜੀਆਂ ਦਾ ਪਾਲਣ ਕੀਤਾ ਜਾਂਦਾ ਸੀ। ਇਸ ਤਰ੍ਹਾਂ ਦੇ ਨਾਲ ਅਕਬਰ, ਜਿਸ ਨੇ ਨਾ ਸਿਰਫ ਲਗਭਗ ਪੂਰੇ ਭਾਰਤ ਨੂੰ ਜਿੱਤਿਆ ਬਲਕਿ ਪੂਰੇ ਭਾਰਤ ਨੂੰ ਰਾਜਨੀਤਿਕ ਏਕਤਾ ਵਿੱਚ ਬੰਨ੍ਹਣ ਦੀ ਵੀ ਕੋਸ਼ਿਸ਼ ਕੀਤੀ, ਜਿਹੜਾ ਕਿ ਧਾਰਮਿਕ ਸੁਧਾਰਾਂ ਦੇ ਲਈ ਵੀ ਜਾਣਿਆ ਜਾਂਦਾ ਹੈ ਅਤੇ ਸਮਾਜਿਕ ਸੁਧਾਰਾਂ ਦੇ ਲਈ ਵੀ ਜਾਣਿਆ ਜਾਂਦਾ ਹੈ, ਉਸ ਦੀ 27 ਅਕਤੂਬਰ 1605 ਈਸਵੀ ਨੂੰ ਮੌਤ ਹੋ ਗਈ ਅਤੇ ਮੁਗਲ ਸ਼ਾਸਕਾਂ ਵਿੱਚ ਸਭ ਤੋਂ ਮਹਾਨ ਸ਼ਾਸਕ ਅਕਬਰ ਇਸ ਦੁਨੀਆ ਨੂੰ ਛੱਡ ਕੇ ਚਲਾ ਗਿਆ। ਇਸ ਤਰ੍ਹਾਂ ਦੇ ਨਾਲ ਇਹ ਪਾਠ ਇੱਥੇ ਹੀ ਖਤਮ ਹੁੰਦਾ ਹੈ ਅਤੇ ਅਗਲੇ ਪਾਠ ਦੇ ਵਿੱਚ ਅਸੀਂ ਸ਼ਾਹਜਹਾਂ ਅਤੇ ਜਹਾਂਗੀਰ ਬਾਰੇ ਪੜ੍ਹਾਂਗੇ।